ਸਰ ਉਹਦੇ 'ਚ ਤੁਹਾਡੀ ਵਾਈਫ ਦਾ ਜਾਂ ਤੁਹਾਡੇ ਹਸਬੈਂਡ ਦਾ ਉੱਥੇ ਪੋਲੈਂਡ 'ਚ ਹੋਣਾ ਜ਼ਰੂਰੀ ਹੈ, ਲਾਜ਼ਮੀ ਫਿਜ਼ੀਕਲੀ। ਠੀਕ। ਤੇ ਫਿਰ ਮੇਰੀ ਵਾਈਫ ਪੋਲੈਂਡ ਹੀ ਸੀਗੀ, ਇਸ ਕਰਕੇ ਆ ਗਈ, ਸਪੈਸ਼ਲ ਆਈ ਕਿ ਉਹਨਾਂ ਨੇ ਦੱਸਿਆ ਕਿ ਤੁਹਾਡਾ ਪਹੁੰਚ ਜ਼ਰੂਰੀ। ਫਿਰ ਉੱਥੋਂ ਤੁਹਾਨੂੰ ਇੱਕ ਛੋਟਾ ਜਿਹਾ ਲਿਖਣਾ ਪੈਣਾ ਨਾਲ ਐਫੀਡੇਵਿਟ, ਜਿਸ ਤਰ੍ਹਾਂ ਜਿਹਨੂੰ ਅਸੀਂ ਕਹਿੰਦੇ ਇਨਵੀਟੇਸ਼ਨ ਲੈਟਰ। ਹਾਂ, ਉਹ ਆਪ ਲਿਖੇ ਤੇ ਉਹ ਜਿਸ ਘਰ 'ਚ ਰਹਿ ਰਹੀ ਉਹਦੇ ਵਾਲਦਨ ਦਾ ਉਹ ਲਿਖ ਦੇਣ ਕਿ ਅਸੀਂ ਆਪਣੇ ਸਨ ਇਨ ਲਾ ਨੂੰ ਅਸੀਂ ਇਨਵਾਈਟ ਕਰਨਾ ਚਾਹੁੰਦੇ ਸਾਡੇ ਕੋਲ। ਠੀਕ। ਜਾਂ ਬੀਵੀ ਆਪਣੇ ਤੌਰ ਤੇ ਲਿਖ ਲਵੇ। ਜਿੱਤ ਉਹ ਉਸ ਤੋਂ ਇਲਾਵਾ ਤੁਹਾਨੂੰ ਹੋਰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ। ਠੀਕ। ਹਾਂਜੀ, ਤੁਸੀਂ ਉਸ ਤੋਂ ਬਾਅਦ ਤੁਹਾਨੂੰ ਅਪੁਆਇੰਟਮੈਂਟ ਦੇਣਗੇ, ਲੇਕਿਨ ਫਿਰ ਦੁਬਾਰਾ ਰਿਪੀਟ ਕਰਾਂਗਾ, ਟੈਲੀਫੋਨ ਤੇ ਉਹਨਾਂ ਨੇ ਨਾ ਤੁਹਾਨੂੰ ਕੋਈ ਐਡਵਾਈਸ ਦੇਣੀ ਹੈ ਤੇ ਨਾ ਉਹਨਾਂ ਨੇ ਤੁਹਾਨੂੰ ਕੋਈ ਅਪੁਆਇੰਟਮੈਂਟ ਦੇਣੀ। ਐਵਰੀਥਿੰਗ ਈਮੇਲ ਦੇ ਜ਼ਰੀਏ ਹੋਣੀ ਹੈ। ਤੇ ਔਰ ਐਜ਼ ਏ EU ਫੈਮਿਲੀ ਮੈਂਬਰ, ਚਾਹੇ ਤੁਸੀਂ ਉਹਦੇ ਹਸਬੈਂਡ ਹੋ ਜਾਂ ਵਾਈਫ ਹੋ ਸਟੇਟਸ ਤੇ, ਤੁਹਾਡਾ ਵੀਜ਼ਾ ਵੀ ਫ੍ਰੀ ਆਫ ਚਾਰਜ ਹੁੰਦਾ ਹੈ। ਉਹ ਜਿਹੜਾ ਪਾਕਿਸਤਾਨ 'ਚ ਕੋਈ 10, 12 ਜਾਂ 15,000 ਰੁਪਇਆ ਫੀਸ ਹੈ ਨਾ, ਐਜ਼ ਨੋਰਮਲ ਸ਼ੈਂਗਨ ਵੀਜ਼ਾ ਦੀ, ਉਹ ਤੁਸੀਂ ਉਹ ਤੋਂ ਐਗਜ਼ੈਂਪਟ ਹੁੰਦੇ ਹੋ। ਹਾਂਜੀ, ਇਹ ਵੀ ਕਾਈਂਡਲੀ ਰਿਮੈਂਬਰ। ਅੱਛਾ, ਤੁਸੀਂ ਹੋਰ ਵੀ ਕਿਸੇ ਐਮਬੈਸੀ 'ਚ ਰਾਬਤਾ ਕਾਇਮ ਕੀਤਾ ਕਿ ਸਿਰਫ ਪੋਲੈਂਡ ਦੀ 'ਚ ਕੀਤਾ? ਸਰ ਮੈਂ ਐਮਬੈਸੀ ਜਰਮਨ 'ਚ ਵੀ ਰਾਬਤਾ ਕੀਤਾ ਸੀ, ਮੈਂ ਹੰਗਰੀ 'ਚ ਕੀਤਾ, ਤੇ ਉਹਨਾਂ ਨੇ ਕਿਹਾ ਸੀ ਕਿ ਅੰਟਿਲ 30 ਸੈਪਟੈਂਬਰ ਕੋਵਿਡ ਦੀ ਵਜ੍ਹਾ ਨਾਲ ਸ਼ੈਂਗਨ ਵੀਜ਼ਾ ਬੰਦ ਹੈ। ਠੀਕ ਹੈ। ਤੇ ਫਿਰ ਜਿਹੜੇ ਕੋਈ ਭੈਣਾਂ ਭਰਾਵਾਂ ਨੂੰ ਕੋਈ ਬੰਦਾ ਕੋਈ ਕਹਿੰਦਾ ਕਿ ਅੱਜ ਕੱਲ੍ਹ ਲੱਗੇ ਵੀਜ਼ੇ ਲਵਾ ਦਿੰਦੇ ਆ, ਉਹ ਸਭ ਝੂਠ ਹੈ। ਵੀਜ਼ੇ ਵੂਜ਼ੇ ਨਹੀਂ ਲੱਗਦੇ ਪਏ ਅੱਜ ਕੱਲ੍ਹ। ਲੇਕਿਨ ਇਹਨਾਂ ਜੈਨੂਅਲ ਸਰਕਮਸਟਾਂਸਿਸ ਤੁਹਾਡੇ ਫੈਮਿਲੀ ਮੈਂਬਰਸ ਹੋਣ ਤੇ ਤੁਹਾਨੂੰ ਕਿਸੇ ਪਰੇਸ਼ਾਨੀ ਦੀ ਜ਼ਰੂਰਤ ਕੋਈ ਨਹੀਂ। ਆਪਣੀ ਮੁਤਲਕਾ ਅੰਬੈਸੀ ਨਾਲ ਰਿਲੇਟਿਡ, ਜ਼ਰੂਰੀ ਨਹੀਂ ਕਿ ਪੋਲੈਂਡ ਹੋਵੇ, ਕਿਸੇ ਹੋਰ ਕੰਟਰੀਜ਼ ਵੀ ਹੋਵੇ, ਅਗਰ ਤੁਹਾਡਾ EU ਫੈਮਿਲੀ ਮੈਂਬਰ ਉੱਥੇ ਹੈਗਾ ਤਾਂ ਤੁਸੀਂ ਆਪਣੀ ਪਰੇਸ਼ਾਨੀ ਦੂਰ ਕਰ ਸਕਦੇ ਹੋ। ਕੋਸ਼ਿਸ਼ ਕਰਨੀ ਚਾਹੀਦੀ। ਠੀਕ। ਹਾਂਜੀ ਸਰ। ਅੱਛਾ, ਇਹ ਦੱਸੋ ਉੱਥੋਂ ਜਦੋਂ ਤੁਸੀਂ ਪਾਕਿਸਤਾਨੋਂ ਜਦੋਂ ਪਲੇਨ ਲਿਆ ਤੇ ਉਹਨਾਂ ਨੇ ਤੇ ਨਹੀਂ ਕੋਈ ਪ੍ਰੋਬਲਮ ਕੀਤੀ? ਕਰਾਚੀ, ਲਾਹੌਰ ਜਿੱਥੋਂ ਵੀ ਬੈਠੇ ਉਹਨਾਂ ਨੇ ਜੀ ਪੁੱਛਿਆ ਜੀ, ਮੈਂ ਜੀ ਇਸਲਾਮਾਬਾਦ ਤੋਂ ਫਲਾਈ ਕੀਤਾ ਸੀ ਪਹਿਲੀ ਦਫਾ। ਅੱਛਾ। ਤੇ ਆਖਰੀ ਦਫਾ ਵੀ ਸਮਝ ਲਓ, ਕਿਉਂਕਿ ਮੈਂ ਦੁਬਾਰਾ ਸ਼ਾਇਦ ਟਰੈਵਲ ਨਹੀਂ ਕਰਨਾ ਚਾਹੁੰਦਾ। ਮਕਸਦ ਇਹ ਹੈ ਕਿ ਸਾਡਾ ਉੱਥੇ ਅਮਲਾ ਜ਼ਿਆਦਾ ਆਪਣਾ ਅਵੇਅਰ ਨਹੀਂ ਹੈਗਾ, ਹਾਲਾਤ ਵੀ ਚੇਂਜ ਹੁੰਦੇ ਨੇ। ਹੁਣ ਮੇਰਾ ਵੀਜ਼ਾ ਸੀਗਾ, ਉੱਥੇ ਲਿਖਿਆ ਸੀ C ਵੀਜ਼ਾ। C ਵੀਜ਼ਾ ਮਤਲਬ ਹੁੰਦਾ ਕਿ ਤੁਹਾਨੂੰ ਸ਼ੈਂਗਨ ਦਾ ਵਿਜ਼ਿਟ ਦਾ ਵੀਜ਼ਾ ਮਿਲ ਗਿਆ ਹੈ। ਉਹ ਹੁਣ ਮੈਨੂੰ ਇਹ ਪੁੱਛਣ ਕਿ ਤੁਹਾਨੂੰ ਵੀਜ਼ਾ ਮਿਲ ਕਿੱਦਾਂ ਗਿਆ ਜੀ, ਅੱਜ ਕੱਲ੍ਹ ਦੇ ਵੀਜ਼ੇ ਨਹੀਂ ਮਿਲਦੇ। ਮੈਂ ਉਹਨਾਂ ਨੂੰ ਸਮਝਾਇਆ ਵੀ ਕਿ ਮੈਂ ਇਸ ਤਰ੍ਹਾਂ ਫੈਮਿਲੀ ਮੈਂਬਰ ਆ ਫਲਾਨਾ, ਲੇਕਿਨ ਉਹਨਾਂ ਦਾ ਨੌਲੇਜ ਪੂਰਾ ਉੱਥੇ ਨਹੀਂ ਹੈਗਾ। ਤੁਸੀਂ ਆਪਣੇ ਆਪ ਤੇ ਜ਼ਹਿਨੀ ਤੌਰ ਤੇ ਹਰ ਚੀਜ਼, ਆਪਣੇ ਹਰ ਸਵਾਲ ਜਵਾਬ ਨੂੰ ਤਿਆਰ ਕਰਕੇ ਜਾਣਾ ਚਾਹੀਦਾ। ਤੁਹਾਨੂੰ ਪੁੱਛਣ ਤੇ ਤੁਸੀਂ ਸਮਝਾਉਣਾ ਵੀ ਉਹਨਾਂ ਨੂੰ। ਅੱਛਾ। ਹਾਂਜੀ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਬੰਦਾ ਥੱਲੇ ਲੈ ਜਾਵੇ। ਅੱਛਾ। ਮੈਨੂੰ ਉਹਨਾਂ ਨੇ ਪੁੱਛਿਆ ਜੀ ਤੁਹਾਡਾ ਵੀਜ਼ਾ C ਕੈਟਾਗਰੀ? ਮੈਂ ਕਿਹਾ ਜੀ ਮੈਨੂੰ ਤੇ ਨਹੀਂ ਪਤਾ, ਮੈਂ ਵਕੀਲ ਨਹੀਂ ਹੈਗਾ, ਤੁਸੀਂ ਮੈਨੂੰ ਸਮਝਾ ਦਿਓ ਕਿ C ਕੈਟਾਗਰੀ ਕੀ ਹੁੰਦਾ ਹੈ। ਤੇ ਜਵਾਬ ਉਹਨਾਂ ਦੇ ਕੋਲ ਵੀ ਕੋਈ ਨਹੀਂ ਸੀ। ਤੇ ਮੈਂ ਫਿਰ ਉਹਨਾਂ ਨੇ ਕਿਹਾ ਜੀ ਇਹ ਸਰਕਮਸਟੈਂਸ, ਇਸ ਤਰ੍ਹਾਂ ਵੀਜ਼ਾ ਲਿਆ ਤੇ ਇਹ ਮੇਰਾ ਸਭ ਕੁਛ ਹੈਗਾ। ਤੇ ਫਿਰ ਜਾ ਕੇ ਮੇਰੀ ਜਾਨ ਛੁੱਟੀ ਸੀ, ਉਹ ਵੀ ਉਹਨਾਂ ਨੇ ਮਜਬੂਰੀ ਛੱਡਿਆ ਮੈਂ। ਅੱਛਾ, ਨਹੀਂ ਤੇ ਉਹਨਾਂ ਨੂੰ ਤੁਸੀਂ ਕਿਹਾ ਨਹੀਂ ਗੂਗਲ 'ਚ ਜਾ ਕੇ ਚੈੱਕ ਕਰ ਲਓ, ਕੋਈ ਆਪਣੀ ਅਕਲ ਕੋ ਵੀ ਇਸਤੇਮਾਲ ਕਰ ਲਓ ਤੁਸੀਂ? ਜੀ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਇਤਨਾ ਵੀ ਕਹਿ ਦੇਣਾ ਕਿ ਜੀ ਇਹ ਇੰਝ ਹੈਗਾ, ਤੇ ਉਹ ਇਸ ਚੀਜ਼ ਨੂੰ ਆਪਣੀ ਈਗੋ ਦਾ ਆਪਣੀ ਮਸਲਾ ਬਣਾ ਕੇ ਸਾਨੂੰ ਤੁਸੀਂ ਦੱਸਣ ਵਾਲੇ ਕੌਣ ਹੁੰਦੇ? ਅੱਛਾ। ਹਾਂਜੀ ਭਾਈ, ਵੈਰੀ ਫਰੈਂਕਲੀ ਐਂਡ ਵੈਰੀ ਟਰੂਲੀ। ਮਤਲਬ ਪਿਆਰ ਮੁਹੱਬਤ ਨਾਲ ਨਹੀਂ ਉਹਨਾਂ ਕੋਲ ਵੀ ਤੁਸੀਂ ਕੰਮ ਕੱਢਣਾ ਵਾ? ਸਰ ਦੇਖੋ, ਤੁਸੀਂ ਜਾਣਾ ਆਪਣਾ ਸਫ਼ਰ ਕਰਨਾ, ਬਿਹਤਰ ਹੈ ਕਿ ਬੰਦਾ ਉੱਥੇ ਪੋਲਾਈਟ ਹੋ ਕੇ ਉਹਨਾਂ ਨੂੰ ਰਿਕੁਐਸਟ ਹੈ, ਹਾਂ ਵੀ ਆ ਦੇਖੋ ਡਾਕੂਮੈਂਟ ਚੈੱਕ ਕਰੋ, ਇਹ ਗਲਤ ਨਹੀਂ ਹੈ, ਸਹੀ ਹੈ। ਨਹੀਂ ਤੁਸੀਂ ਉਹਨਾਂ ਨੂੰ ਇੰਗਲੈਂਡ ਦਾ ਕਾਰਡ ਨਹੀਂ ਆਪਣਾ ਦਿਖਾਇਆ ਜਿਹੜਾ ਇੱਥੇ ਦਾ ਰੈਜ਼ੀਡੈਂਟ ਪਰਮਿਟ ਸੀ? ਉਹਨੂੰ ਮੈਂ ਵਿਖਾਇਆ, ਮੈਂ ਰੈਜ਼ੀਡੈਂਟ ਪਰਮਿਟ ਆ। ਉਹਨੇ ਪਹਿਲੇ ਇੱਕ ਬੰਦੇ ਨੇ ਮੇਰੇ ਕਾਗਜ਼ ਚੈੱਕ ਕੀਤੇ ਆ, ਲੈਂਡ 'ਚ ਲੱਗੇ ਜਦੋਂ ਉਦੋਂ। ਅੱਛਾ। ਜਿਹਨੂੰ ਕਿ ਅਸੀਂ ਏਅਰਲਾਈਨ ਦੀ ਬੋਰਡਿੰਗ ਤੋਂ ਪਹਿਲੇ। ਫਿਰ ਜਦੋਂ ਮੈਂ ਉਹਨੇ ਟਿਕ ਟੁਕ ਕਰਕੇ ਹਰ ਚੀਜ਼, ਉਹਦੇ ਏਅਰਲਾਈਨ ਦਾ ਇਹ ਹਾਲ ਸੀ ਕਿ ਮੇਰੀ ਵਾਈਫ ਦੀ ਸੀਗੀ, ਜਿਹਨੂੰ ਅਸੀਂ ਕਹਿੰਦੇ ਆ ਉਹ ਵਾਲੀ ਆ ਜਿਹੜੀ ਹੁੰਦੀ ਏ ID ਕਾਰਡ। ਉਹ ਕਹਿੰਦਾ ਜੀ ਇਹ ਤਾਂ ਰੈਜ਼ੀਡੈਂਸ ਹੈਗਾ ਵਾ ਉਹਦਾ। ਤੇ ਮੈਂ ਉਹਨੂੰ ਕਿਹਾ ਜਨਾਬ ਕਾਈਂਡਲੀ ਪਲੀਜ਼ ਦੁਬਾਰਾ ਦੇਖੋ, ਇਹ ਉਹਦਾ ID ਕਾਰਡ ਹੈ, ਸ਼ਨਾਖਤੀ ਕਾਰਡ ਜਿਵੇਂ ਪਾਕਿਸਤਾਨ ਦਾ ਹੁੰਦਾ ਹੈ। ਤੇ ਫਿਰ ਉਹਨੂੰ ਕੋਈ ਤਸੱਲੀ ਹੋਈ ਦੁਬਾਰਾ। ਯਾਨੀ ਕਿ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਰੈਜ਼ੀਡੈਂਸ ਕਾਰਡ ਹੈ ਜਾਂ ID ਕਾਰਡ ਹੈ, ਤਾਂ ਉਹਨੂੰ ਮੈਂ ਕੀ ਸਵਾਲ ਦੇ ਵਿੱਚ ਜਵਾਬ ਦੇਵਾਂ? ਇਹਦਾ ਮਤਲਬ ਉੱਥੇ ਵੀ ਅਮਲਾ ਐਸਾ ਚਾਹੀਦਾ ਜਿਨ੍ਹਾਂ ਨੂੰ ਪਤਾ ਹੋਏ। ਸਰ ਉੱਥੇ ਅਮਲਾ ਐਸਾ ਹੋਣਾ ਚਾਹੀਦਾ ਜਿਹੜਾ ਸਾਡੀ ਹੈਲਪ ਕਰਨਾ ਸੀ, ਨਾ ਕਿ ਸਾਨੂੰ ਥੱਲੇ ਲਾਉਣ ਵਾਸਤੇ ਹੋਵੇ। ਕੋਈ ਐਸਾ ਬੰਦਾ ਹੋਵੇ, ਕੋਈ 2-3 ਬੰਦੇ ਹਰ ਫਲਾਈਟ ਦੇ ਉੱਪਰ ਐਸੇ ਹੋਣ ਕਿ ਜਿਹਨਾਂ ਕੋਲ ਪ੍ਰੋਪਰ ਨੌਲੇਜ ਹੋਵੇ। ਇੱਥੇ ਤੁਸੀਂ ਇੱਕ ਚੀਜ਼ ਦੇਖੀ, ਯੂਰਪ 'ਚ ਜਦੋਂ ਤੋਂ ਆਉਂਦੇ ਤਾਂ ਤੁਹਾਡਾ ਪਾਸਪੋਰਟ ਚੈੱਕ ਕਰਦੇ, ਤੇ ਅਗਰ ਉਹਨੂੰ ਸਮਝ ਨਾ ਆਏ ਤੇ ਪਿੱਛੇ ਇੱਕ ਸੀਨੀਅਰ ਅਫੀਸਰ ਬੈਠਾ ਹੁੰਦਾ, ਉਹਦੇ ਕੋਲ ਮੁਕੰਮਲ ਤਜਰਬਾ ਹੁੰਦਾ, ਉਸ ਟਾਈਮ ਦੱਸ ਦਿੰਦਾ ਨਾ। ਹਾਂਜੀ, ਮੇਰੇ ਕੋਲ ਸਾਊਥ ਅਫਰੀਕਨ ਪਾਸਪੋਰਟ ਹੈ। ਤੇ ਮੈਂ ਜਦੋਂ ਗ੍ਰੀਸ ਪਹੁੰਚਿਆ ਵਾਂ, ਉਹ ਬੰਦੇ ਨੇ ਮੈਨੂੰ ਕੋਈ ਪੁੱਛਿਆ, ਦੇਖੋ ਦੇ ਪਿੱਛੇ ਇੱਕ ਬੰਦਾ ਖਲੋਤਾ ਸੀਗਾ, ਉਹਨੇ ਕਿਹਾ ਚੈੱਕ ਕਰੀਏ ਸਾਊਥ ਅਫਰੀਕਨ ਦੇ ਬਾਅਦ ਉਹਨੇ ਮੈਨੂੰ ਸਿਰਫ ਇੰਨਾ ਪੁੱਛਿਆ ਕਿ ਤੇਰਾ UK ਵਾਲਾ ਰੈਜ਼ੀਡੈਂਸ ਕਿੱਥੇ, ਉਹਨੂੰ ਮੈਂ ਦਿਖਾਇਆ। ਉਸ ਤੋਂ ਬਾਅਦ ਉਹਨੇ ਕਿਹਾ ਸ਼ਾਇਦ ਥੈਂਕ ਯੂ ਵੈਰੀ। ਹਾਂਜੀ, ਸਵਾਲ ਕਰਨਾ ਉਹਨਾਂ ਦੀ ਡਿਊਟੀ ਵੀ ਹੈ। ਅਗਰ ਉਹ ਕਿਸੇ ਚੀਜ਼ ਨੂੰ ਨਹੀਂ ਅੰਡਰਸਟੈਂਡ ਕਰਦੇ ਤਾਂ ਪੁੱਛਣ 'ਚ ਕੋਈ ਹਰਜ ਨਹੀਂ, ਔਰ ਸਾਨੂੰ ਵੀ ਜਵਾਬ ਪੋਲਾਈਟਲੀ ਅੱਛੇ ਤਰੀਕੇ ਨਾਲ ਦੇਣਾ ਚਾਹੀਦਾ। ਬਿਲਕੁਲ। ਅੱਛਾ, ਗ੍ਰੀਸ ਕਿੰਨੀ ਦੇਰ ਠਹਿਰੇ? ਗ੍ਰੀਸ ਬ੍ਰੇਕ ਕਿੰਨੀ ਦੇਰ ਦੀ ਸੀ?
ਮੇਰੀ ਗ੍ਰੀਸ ਦੇ ਸਰ ਬ੍ਰੇਕ ਸੀ 8 ਘੰਟੇ ਦੀ, ਉਹ ਤੋਂ ਮੈਂ ਤੁਹਾਨੂੰ ਕਨੈਕਸ਼ਨ ਫਲਾਈਟ ਲੈਣੀ ਸੀਗੀ। ਤੇ ਅਗਰ ਤੁਹਾਡੀ ਬ੍ਰੇਕ ਹੋਵੇ 12 ਘੰਟੇ ਜ਼ਿਆਦਾ, ਉਹ ਤੁਹਾਨੂੰ ਹੋਟਲ 'ਚ ਵੀ ਰੱਖ ਸਕਦੇ ਨੇ, ਤੁਹਾਨੂੰ ਦੱਸਣਗੇ, ਉਹ ਹੋਟਲ ਨੂੰ ਪ੍ਰੋਵਾਈਡ ਕਰਨਗੇ। ਤੇ ਅਗਰ 12 ਘੰਟੇ ਜ਼ਿਆਦਾ ਸਟੇ ਹੋਵੇ ਤੇ ਤੁਹਾਨੂੰ ਉੱਥੇ ਤੁਹਾਡਾ ਕੋਵਿਡ ਟੈਸਟ ਕਰਨਗੇ, ਲੇਕਿਨ ਉਹ ਕੋਵਿਡ ਟੈਸਟ ਫ੍ਰੀ ਹੁੰਦਾ, ਉਹ ਆਪ ਕਰਦੇ ਨੇ। ਠੀਕ। ਤੇ ਪਾਕਿਸਤਾਨੋਂ ਵੀ ਟੈਸਟ ਕਰਵਾਇਆ ਤੁਸੀਂ? ਪਾਕਿਸਤਾਨ ਨੂੰ PCR ਕਰਾ ਕੇ ਆਇਆ ਸਰ, IDC ਤੋਂ ਕਰਾਇਆ ਸੀ, ਇਸਲਾਮਾਬਾਦ ਡਾਇਗਨੋਸਟਿਕ ਸੈਂਟਰ ਤੋਂ। ਉਹਨਾਂ ਨੇ ਕੀ ਆਰਾਮ ਨਾਲ ਕਰਤਾ? ਕਿੰਨੇ ਪੈਸੇ ਲਏ ਸਰ? ਉਹਨਾਂ ਦੀ ਫੀਸ ਸਟੈਂਡਰਡ 6500 ਪਾਕਿਸਤਾਨੀ, ਉਹ ਮਤਲਬ ਔਨ ਦੀ ਰਿਕਾਰਡ ਹੁੰਦੀ, ਉਹਦੇ 'ਚ ਉਹਨਾਂ ਦਾ ਸਟੇਟ ਸਿਸਟਮ ਹੈ, ਉਹ ਕੰਪਨੀ ਦੀ ਸਟੈਂਡਰਡ ਹੈਗੀ ਹੈ। ਲੇਕਿਨ ਇੱਕ ਚੀਜ਼ ਹੋਰ ਜੇ ਕਿ ਐਂਟੀਜਨ ਟੈਸਟ ਨਹੀਂ ਕਰਾਉਣਾ ਤੁਸੀਂ ਪਾਕਿਸਤਾਨ ਨੂੰ, ਇਹ ਯਾਦ ਰੱਖਣਾ। ਠੀਕ। ਇਹ ਤੁਹਾਨੂੰ ਇਲਮ ਦੀ ਗੱਲ ਦਾ ਸੀ, ਬਹੁਤ ਸਾਰੇ ਕੰਟਰੀਜ਼ ਐਸੇ ਨੇ ਯੂਰਪ 'ਚ ਵੀ ਜਿਨ੍ਹਾਂ ਦਾ ਐਂਟੀਜਨ ਟੈਸਟ ਇੰਗਲੈਂਡ ਵਾਲੇ ਜਾਂ ਕਈ ਕੰਟਰੀ ਨਹੀਂ ਕਬੂਲ ਕਰਦੇ। PCR ਇੱਕ ਐਸਾ ਟੈਸਟ ਜਿਹੜਾ ਸਾਰੇ ਕਬੂਲ ਕਰਦੇ ਨੇ। ਅੱਛਾ, ਠੀਕ। ਸਮ ਟਾਈਮ ਇਸ ਤਰ੍ਹਾਂ ਹੁੰਦਾ ਕਿ ਯੂਰਪ ਦੇ ਵਿੱਚ ਜਾਂ ਤੁਹਾਨੂੰ ਪਤਾ ਇੰਗਲੈਂਡ 'ਚ ਐਂਟੀਜਨ ਦੀ ਫੀਸ ਘੱਟ ਹੈਗੀ ਹੈ, PCR ਦੀ ਫੀਸ ਥੋੜੀ ਜ਼ਿਆਦਾ ਹੈ। PCR ਵੀ ਐਕਸੈਪਟਡ ਹੈਗਾ ਤੇ ਐਂਟੀਜਨ ਵੀ, ਬਹੁਤ ਦੋਨੋਂ ਐਕਸੈਪਟਡ ਨੇ, ਲੇਕਿਨ ਉਹਦੇ 'ਚ ਤੁਹਾਨੂੰ ਆਪਣੀ ਉਹ ਜਿਸ ਕੰਟਰੀ ਤੁਸੀਂ ਡਿਪਾਰਟ ਹੋ ਰਹੇ ਜਾ ਰਹੇ, ਉਹ ਤੁਹਾਨੂੰ ਚੈੱਕ ਕਰਨਾ ਪਏਗਾ ਉਹ ਐਕਸੈਪਟ ਕਰਦੇ ਕਿ ਨਹੀਂ ਕਰਦੇ। ਅੱਛਾ, ਮੈਨੂੰ ਇੱਕ ਚੀਜ਼ ਦੱਸਣਾ ਜ਼ਰਾ, ਤੁਸੀਂ ਇਸ ਟਾਈਮ ਪੋਲੈਂਡ ਦੇ ਵਿੱਚ ਜੇ, ਇੱਥੇ ਬੇਸ਼ੁਮਾਰ ਲੋਕੀ ਇਸ਼ਤਿਹਾਰ ਦਿੰਦੇ ਨੇ ਪਾਕਿਸਤਾਨ ਪੋਲੈਂਡ 'ਚ ਜੀ ਬੜੀ ਜ਼ਰੂਰਤ ਹੈ ਕੰਮ ਵਾਲੇ ਲੋਕਾਂ ਦੀ, ਇੱਥੇ ਕੋਈ ਪਾਕਿਸਤਾਨੀ ਨਜ਼ਰ ਆਉਂਦੇ ਨੇ ਜਿਹੜੇ ਇੰਜ ਵੀਜ਼ਿਆਂ ਤੇ ਆਉਂਦੇ ਨੇ? ਸਰ ਜੀ ਮੈਨੂੰ ਅੱਜ 12 ਦਿਨ ਹੋ ਗਏ ਤੇ ਮੈਂ ਹੈ ਤਾਂ ਇੱਕ ਪਾਕਿਸਤਾਨੀ ਨਹੀਂ ਵੇਖਿਆ ਤੇ ਇੱਕ ਏਸ਼ੀਅਨ ਵੀ ਨਹੀਂ ਵੇਖਿਆ। ਇਹ ਸਿਰਫ ਫਰਾਡ ਕਰ ਰਹੇ ਨੇ ਉੱਥੇ ਬਹਿ ਕੇ। ਸਰ ਪਤਾ ਨਹੀਂ ਕਿਤੇ ਉਹਨਾਂ ਨੇ ਕਿਤੇ ਆਲੂ ਜਾਂ ਟਮਾਟਰ ਪੁੱਟੇ ਹੋਣ ਖੇਤਾਂ 'ਚ, ਪਤਾ ਕੋਈ ਨਹੀਂ, ਲੇਕਿਨ ਸ਼ਹਿਰਾਂ 'ਚ। ਅੱਛਾ, ਜਿਹੜੇ ਪੋਲੈਂਡ ਦੇ ਲੋਕ ਨੇ ਆਪਣੇ, ਉਹ ਵੀ ਤੇ ਕੰਮ ਕਰਨ ਯੂਰਪ ਦੇ ਵਿੱਚ ਆਉਂਦੇ ਨੇ, ਅਗਰ ਇਦਾਂ ਹੀ ਉੱਥੇ ਅੱਛੀ ਜ਼ਿੰਦਗੀ ਹੋਏ ਤੇ ਆਪਣੇ ਮੁਲਕ 'ਚ ਕਿਉਂ ਨਾ ਕੰਮ ਕਰਨ? ਜਨਾਬ ਤੁਸੀਂ ਇਹ ਵੇਖੋ ਨਾ ਕਿ ਤੁਸੀਂ ਔਰ ਮੈਂ ਵੀ ਅਸੀਂ ਇੰਗਲੈਂਡ 'ਚ ਇਕੱਠੇ ਰਹਿ ਰਹੇ ਹਾਂ। ਹਾਂਜੀ। ਤੇ ਸਾਡੇ ਕੋਲ ਮੇਰਾ ਖਿਆਲ ਕਿ 30% ਜਿਹੜੀ ਪਾਪੂਲੇਸ਼ਨ ਆਫ ਪੋਲੈਂਡ ਦੀ ਯੰਗ ਜਨਰੇਸ਼ਨ ਸਾਡੇ ਕੋਲ ਇੰਗਲੈਂਡ 'ਚ ਤੇ ਨਿਊਯਾਰਕ 'ਚ। ਬਿਲਕੁਲ। ਤੇ ਅਗਰ ਇਹਨਾਂ ਦੇ ਮੁਲਕ 'ਚ ਇਤਨੇ ਕੰਮ ਜਾਂ ਵਸਾਇਲ ਹੋਣ ਤੇ ਇਹ ਕਿਉਂ ਜਾਣ ਉੱਥੇ ਇੰਗਲੈਂਡ ਜਾਂ ਨਿਊਯਾਰਕ? ਹਾਂ, ਇਹ ਬੜੀ ਅੱਛੀ ਗੱਲ ਤੁਸੀਂ ਦੱਸੀ। ਨਿਊਯਾਰਕ ਜਾਂ ਇੰਗਲੈਂਡ ਤੁਸੀਂ ਮਿਨੀ ਪੋਲ ਨਹੀਂ ਕਹਿ ਸਕਦੇ ਇਸ ਟਾਈਮ ਆਫਟਰ ਪਾਕਿਸਤਾਨ। ਹਾਂਜੀ। ਅੱਛਾ, ਥੋੜਾ ਜਿਹਾ ਪੋਲੈਂਡ ਦੀ ਜ਼ਿੰਦਗੀ ਦੇ ਬਾਰੇ ਦੱਸੋ ਕਿ ਤੁਸੀਂ ਇੱਥੇ ਆਉਂਦੇ ਜਾਂਦੇ ਰਹਿੰਦੇ ਜੇ, ਤੇ ਇੱਥੇ ਦਾ ਜਿਹੜਾ ਰਹਿਣ ਸਹਿਣ ਹੈ ਸਸਤਾ ਹੀ ਹੈ ਦੂਜੇ ਯੂਰਪ ਦੇ ਮੁਮਾਲਕ ਨਾਲੋਂ? ਸਰ ਜੀ ਇੱਥੇ ਮੈਂ ਸਮਝਦਾ ਕਿ ਅਗਰ ਤੁਸੀਂ ਕਾਸਟ ਆਫ ਜਿਹੜੀ ਆਪਣੀ ਲਿਵਿੰਗ ਨੂੰ ਆਪਣੇ ਅਰਨਿੰਗ ਦੇ ਹਿਸਾਬ ਨਾਲ ਅਗਰ ਕੰਪੇਅਰ ਕਰੋਗੇ ਤੇ ਇਹ ਇੰਨਾ ਐਕਸਪੈਂਸਿਵ ਜਿੰਨਾ ਲੰਡਨ ਹੈਗਾ। ਅੱਛਾ। ਉਹਦੀ ਵਜ੍ਹਾ ਕਿ ਜਿਹੜੀ ਡੇਲੀ ਲਾਈਫ ਦੀ ਚੀਜ਼ਾਂ ਖਾਣ ਪੀਣ ਵਾਲੀਆਂ ਨੇ ਨਾ ਉਹ ਐਕਸਪੈਂਸਿਵ ਨੇ, ਕਿਉਂਕਿ ਤੁਹਾਨੂੰ ਹੁਣ ਜੇ ਅਗਰ ਆਮ ਸੈਲਰੀ ਤੁਸੀਂ ਕੰਪੇਅਰ ਕਰਦੇ ਯੂਕੇ ਦੀ ਜਾਂ ਪੋਲੈਂਡ ਦੀ, ਉਹਦਾ ਡਿਫਰੈਂਸ ਹੈਗਾ, ਮਿਨੀਮਮ ਵੇਜ ਦਾ ਵੀ ਡਿਫਰੈਂਸ ਹੈ। ਰਿਹਾਇਸ਼ ਸਸਤੀ ਜ਼ਰੂਰ ਹੈਗੀ ਹੈ, ਰਿਹਾਇਸ਼ ਤੁਹਾਨੂੰ ਸਸਤੀ ਮਿਲ ਜਾਏਗੀ, ਲੇਕਿਨ ਤੁਸੀਂ ਇਹ ਵੇਖਣਾ ਕਿ ਤੁਹਾਨੂੰ ਇੱਥੇ ਜੌਬ ਵਿੱਚ 400-500 ਯੂਰੋ ਤੋਂ ਵੱਡੀ ਨਹੀਂ ਮਿਲਣੀ। ਅੱਛਾ, ਇਹ ਇੱਕ ਗੱਲ ਬੜੀ ਜ਼ਬਰਦਸਤ ਸੀ ਕਿ KFC 'ਚ ਜਾਂ ਮੈਕਡੋਨਲਡ 'ਚ ਸਟੈਂਡਰਡ ਗੱਲ ਕਰਦਾ ਨਾ। ਹਾਂ, ਉੱਥੇ ਪਾਕਿਸਤਾਨ ਇਸ਼ਤਿਹਾਰ ਦਿੰਦੇ ਨੇ ਕਿ ਰਮੀਨੀਆ ਦੇ ਵਿੱਚ ਜੀ ਅਸੀਂ ਤੁਹਾਨੂੰ 1500 ਤਨਖਾਹ ਦੇ ਉੱਤੇ ਲੈ ਕੇ ਜਾਵਾਂਗੇ। ਸਰ ਮੈਂ ਮਾਦਰਤ ਨਾਲ ਐਕਸਕਿਊਜ਼ ਮਾਈ ਲੈਂਗੁਏਜ ਕਿ ਉਹ ਸਭ ਫਰਾਡ ਕਰਦੇ ਨੇ, ਝੂਠ ਬੋਲ ਰਹੇ ਨੇ, ਤੁਹਾਨੂੰ ਸਬਜ਼ ਬਾਗ ਦਿਖਾ ਰਹੇ ਨੇ ਔਰ ਤੁਹਾਡਾ ਫਿਊਚਰ ਖਰਾਬ ਕਰ ਰਹੇ ਨੇ। ਸਿੱਧੀ ਗੱਲ। ਬਿਲਕੁਲ। 1500 ਯੂਰੋ ਪੜ੍ਹੇ ਲਿਖੇ ਨਹੀਂ ਮਿਲਦੀ ਪਈ, ਬੜੀ ਰਕਮ ਹੈ ਯੂਰਪ, ਇਸ ਯੂਰਪ ਦੇ ਵਿੱਚ। ਜਾਬ ਉਹਨੂੰ ਕਹੋ ਨਾ ਜੇ ਸਮਝ ਲੈ ਕਿ ਸਰ ਤੁਸੀਂ ਇਹ ਵੇਖੋ ਕਿ ਇੱਕ ਜਾਬ ਹੈ ਮੈਕਡੋਨਲਡ ਦੀ ਜਾਂ KFC ਦੀ, ਉੱਥੇ ਤੁਸੀਂ 40 ਘੰਟੇ ਕੰਮ ਕਰਦੇ ਹੋ, UK ਜਾਂ 45 ਘੰਟੇ ਤੋਂ ਅਕਾਊਂਟ ਲੱਭ ਹੀ ਜਾਂਦਾ ਮਹੀਨੇ ਦਾ। ਹਾਂਜੀ, ਠੀਕ ਹੈ ਜੀ। ਤੁਹਾਨੂੰ ਇੱਥੇ ਲੱਭੇਗਾ ਤੁਹਾਨੂੰ 400 ਯੂਰੋ। ਤੁਹਾਡਾ ਡਿਫਰੈਂਸ ਉੱਥੇ 600 ਯੂਰੋ ਤੋਂ ਘੱਟ ਗਿਆ। ਤੁਹਾਨੂੰ ਕਿਸੇ ਸੂਰਜ ਤੁਸੀਂ ਘੰਟੇ ਕੰਮ ਕਰ ਲਓ, ਤੁਸੀਂ 1500 ਯੂਰੋ ਨਹੀਂ ਕਮਾ ਸਕਦੇ ਮੈਕਡੋਨਲਡ ਜਾਂ KFC ਦੇ ਪੋਲੈਂਡ ਦੇ ਵਿੱਚ, ਰੋਮਾਨੀਆ 'ਚ। ਅਗਰ ਇਹ ਲੋਕ 1500 ਯੂਰੋ ਕਮਾਉਂਦੇ ਨੇ, 1000 ਯੂਰੋ ਵੀ ਕਮਾਉਂਦੇ ਨੇ, UK ਨਾ ਜਾਣ। ਹਾਂ, ਬੜੀ ਅੱਛੀ ਗੱਲ ਕੀਤੀ ਤੁਸੀਂ। ਅੱਛਾ, ਥੋੜਾ ਜਿਹਾ ਪਾਕਿਸਤਾਨ ਨੂੰ ਤੁਸੀਂ ਆਏ ਜੇ, ਮੈਂ ਕਿਉਂ ਵੀ ਪੁੱਛ ਰਹੇ ਹਾਂ ਪਾਕਿਸਤਾਨ ਤੱਕ ਕੋਈ ਉਹ ਤਬਦੀਲੀ ਨਜ਼ਰ ਆਈ? ਬੜਾ ਸ਼ੋਰ ਇਮਰਾਨ ਖਾਨ ਨੇ ਪਾਇਆ, ਮੈਂ ਕਿਹਾ ਤੁਸੀਂ ਤਾਜ਼ਾ ਆਏ, ਤੁਹਾਨੂੰ ਵੀ ਪੁੱਛ ਰਹੇ ਹਾਂ। ਸਰ ਪਾਕਿਸਤਾਨ ਅੱਲਾ ਦੀ ਆਸਤੇ ਦੁਆ ਕਰ ਸਕਦੇ ਆ। ਮੈਂ ਇਮਰਾਨ ਖਾਨ ਨੂੰ ਪਸੰਦ ਨਹੀਂ ਕਰਦਾ ਮੈਂ ਐਜ਼ ਏ ਪਰਸਨੈਲਿਟੀ, ਲੇਕਿਨ ਜਿਹੜੇ ਮੁਲਕ ਦੇ ਸਰਕਮਸਟੈਂਸਿਸ ਨੇ ਸਰ, ਦੇ ਆਰ ਨਾਟ ਗੁੱਡ ਜੈਨੂਅਲੀ। ਕੋਈ ਬੰਦਾ ਮੈਂ ਵੇਖਾਂਗਾ ਜੈਨੂਅਲੀ ਇਸ ਤਰੀਕੇ ਨਾਲ ਕਿ ਗਰਾਊਂਡ ਲੈਵਲ ਤੇ ਖਾਣ ਪੀਣ ਦੀਆਂ ਚੀਜ਼ਾਂ, ਕੋਈ ਬਿਜਲੀ ਦੇ ਬਿੱਲ, ਕੋਈ ਇਹ ਚੀਜ਼ਾਂ ਸਾਨੂੰ ਕੀ ਸਬਸਿਡੀ ਜਾਂ ਰਿਲੀਫ ਹੈਗਾ ਆਵਾਮ ਨੂੰ, ਤੇ ਸਰ ਉਹ ਜ਼ੀਰੋ ਜੇ। ਜਿਸ ਬੰਦੇ ਨੇ ਰੋਜ਼ ਦਿਹਾੜੀ ਦਾ 700 ਰੁਪਇਆ ਕਮਾਣਾ ਨਾ ਜਾਂ 1000 ਰੁਪਇਆ ਕਮਾਣਾ, ਉਹਨੇ ਸਿਰ ਰੋਟੀ ਖਾਣੀ ਜੇ, ਉਹਨੇ ਖਾਬ ਦੇਖਣੇ ਬਸ, ਹੋਰ ਕੁਝ ਨਹੀਂ। ਅੱਛਾ, ਕਿੰਨੀ ਦੇਰ ਤੁਸੀਂ ਪਾਕਿਸਤਾਨ ਰਹੇ ਸਰ? ਸਰ ਮੈਂ ਫੈਬਰੀ 5 ਤੋਂ ਲੈ ਕੇ
ਤੇ ਅਗਸਤ 15 ਤੱਕ। ਅੱਛਾ, ਤੇ ਉੱਥੇ ਲੋਕਾਂ ਕਿਹਾ ਨਹੀਂ ਕਿ ਅਸੀਂ ਵੀ ਬਾਹਰ ਜਾਣਾ ਵਾ, ਆ ਕੇ ਉਹ ਖਲੋ ਜਾਂਦੇ ਨੇ, ਮਸ਼ਵਰੇ ਪੁੱਛਦੇ ਨੇ, ਕੋਈ ਮਿਲਿਆ ਤੁਹਾਨੂੰ ਵੀ? ਸਰ ਢੇਰ ਸਾਰੇ ਆਉਂਦੇ ਨੇ, ਤੇ ਲੇਕਿਨ ਉਹ ਗੱਲ ਹੋਈ ਕਿ ਅਗਰ ਬੰਦੇ ਨੂੰ ਚੰਗਾ ਮਸ਼ਵਰਾ ਦੋ ਤੇ ਉਹ ਵੀ ਇੱਕ ਸਦਕਾ ਹੁੰਦਾ ਹੈ। ਹਾਂ, ਬੜੀ ਜ਼ਬਰਦਸਤ ਗੱਲ। ਮੈਂ ਉਹਨਾਂ ਨੂੰ ਸਿਰਫ ਇੱਕ ਰਿਕੁਐਸਟ ਕਰਦਾ ਹੁੰਦਾ, ਅਗਰ ਤੁਹਾਨੂੰ ਕੋਈ ਜੈਨੂਅਲੀ ਪੋਸੀਬਲ ਕੋਈ ਸਿਸਟਮ ਬਣਦਾ ਹੈ ਜਾਂ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਸਟੂਡੈਂਟ ਵੀਜ਼ਾ ਅਪਲਾਈ ਕਰ ਲਓ, ਲੇਕਿਨ ਪਲੀਜ਼ 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 ਕਾਈਂਡਲੀ ਇਹ ਏਜੰਟਾਂ ਦੇ ਕੋਲ ਤੇ ਇਹ ਝੂਠਿਆਂ ਬੰਦਿਆਂ ਕੋਲ ਜਾ ਕੇ ਆਪਣੇ ਬਜ਼ੁਰਗਾਂ ਦਾ, ਆਪਣੇ ਘਰਾਂ ਦਾ ਪੈਸਾ ਤੇ ਵਕਤ ਨਾ ਬਰਬਾਦ ਕਰੋ ਤੇ ਨਾ ਟੈਨਸ਼ਨ ਲਵੋ, ਉਹਦੇ ਨਾਲ ਉੱਥੇ ਚੰਗੀ ਮਿਹਨਤ ਕਰ ਲਓ। ਇਹ ਬੜੀ ਜ਼ਬਰਦਸਤ ਗੱਲ ਤੁਸੀਂ ਕੀਤੀ। ਤੇ ਕੀ ਵਜ੍ਹਾ ਹੈ, ਸਾਡੇ ਲੋਕਾਂ ਨੂੰ ਕੀ ਬਿਮਾਰੀ ਹੈ ਕਿ ਉਹ ਫਿਰ ਵੀ ਜਾ ਕੇ ਫਸ ਜਾਂਦੇ ਨੇ, ਫਿਰ ਬਾਅਦ ਚੋਂ ਸਾਰੇ ਦੇ ਮਲਟੀਪਲ ਫੈਕਟਰਸ ਨੇ। ਸਟ੍ਰੈਸ ਹੈਗੀ ਹੈ, ਯੰਗ ਜਨਰੇਸ਼ਨ ਕਹਿੰਦੀ ਮੈਂ ਕੁਝ ਕਰਾਂ, ਬਾਹਰ ਨਿਕਲਾਂ, ਮਿਹਨਤ ਉੱਥੇ ਵੀ ਕੀਤੀ ਜਾ ਸਕਦੀ, ਉਹ ਨਹੀਂ ਕਰ ਸਕਦੇ, ਉੱਥੇ ਮਿਹਨਤ ਕਰਕੇ ਕਹਿੰਦੇ ਸ਼ਾਮੀ 500 ਰੁਪਏ ਕਮਾਈਦਾ ਹੈ। ਤੇ ਫਿਰ ਦੂਸਰਾ ਯੂਰਪ ਦੇ, ਇੰਗਲੈਂਡ ਦੇ ਜਾਂ ਬਾਹਰ ਦੇ ਖਾਬ ਸਹਾਨੇ ਸੋਹਣੇ ਲੱਗਦੇ ਦੂਰੋਂ ਦੂਰੋਂ, ਹਾਲਾਂਕਿ ਇੱਥੇ ਵੀ ਲਾਈਫ ਈਜ਼ੀ ਨਹੀਂ, ਇੱਥੇ ਤੁਸੀਂ ਮਿਹਨਤ ਕਰੋਗੇ ਤੇ ਸਰਵਾਈਵ ਕਰੋਗੇ, ਉੱਥੇ ਤੇ ਫਿਰ ਮਾਂ ਪਿਓ ਚੁੱਕ ਲੈਂਦੇ ਨੇ। ਹਾਂਜੀ, ਏਡੀ ਆਸਾਨ। ਤੁਹਾਨੂੰ ਕਿੰਨੀ ਦੇਰ ਹੋ ਗਈ ਯੂਰਪ ਦੇ ਵਿੱਚ ਸਰ? ਸਰ ਮੈਨੂੰ ਯੂਕੇ ਛੱਡ 15 ਸਾਲ ਹੋ ਗਏ। 15 ਸਾਲ ਜ਼ਿੰਦਗੀ ਦੇ ਇੱਥੇ ਗੁਜ਼ਾਰ ਦਿੱਤੇ ਤੁਸੀਂ? ਹਾਂਜੀ ਜੀ, ਬੈਸਟ ਟਾਈਮ ਆਫ ਦਾ ਲਾਈਫ ਯੰਗ ਏਜ ਚਾਹੇ ਤਾਂ ਯੰਗ ਏਜ ਬੈਸਟ ਟਾਈਮ ਹੁੰਦਾ ਹੈ। ਅੱਛਾ, ਬਿਲਕੁਲ, ਇਹ ਤੇ ਠੀਕ ਤੁਸੀਂ ਕਹੀ ਗੱਲ। ਅੱਛਾ ਜੀ, ਤੁਸੀਂ ਇਹ ਦੱਸੋ ਕਿ ਸਾਨੂੰ ਫੋਨ ਕੀਤਾ, ਅਸੀਂ ਤੁਹਾਨੂੰ ਫਿਰ ਮਸ਼ਵਰਾ ਦਿੱਤਾ, ਅਸੀਂ ਲੋਕਾਂ ਦੀ ਖਿਦਮਤ ਲਈ ਇੱਥੇ ਬੈਠੇ ਦੇ ਆ, ਔਰ ਮੈਂ ਤੁਹਾਨੂੰ ਜਾਣਦਾ ਨਹੀਂ, ਮੁਲਾਕਾਤ ਨਹੀਂ ਹੋਈ ਦੀ ਤੁਹਾਡੇ ਨਾਲ ਨਾ? ਜੀ ਜੀ ਬਿਲਕੁਲ ਜਨਾਬ, ਤੇ ਅਸੀਂ ਕਿਸੇ ਰੈਫਰੈਂਸ ਨਾਲ ਗੱਲ ਹੋਈ। ਹਾਂਜੀ, ਤੇ ਅੱਲਾ ਦੇ ਫਜ਼ਲ ਨਾਲ ਕੋਈ ਵੀ ਬੰਦਾ ਸਾਡੇ ਕੋਲ ਮਸ਼ਵਰਾ ਪੁੱਛਦਾ, ਅਸੀਂ ਉਹਨੂੰ, ਸਾਡੀ ਕੋਸ਼ਿਸ਼ ਹੁੰਦੀ ਕਿ ਅੱਛਾ ਮਸ਼ਵਰਾ ਦਈਏ ਨਾ। ਪ੍ਰੋਗਰਾਮ ਦਾ ਮਕਸਦ ਵੀ ਇਹ ਸੀ ਕਿ ਲੋਕਾਂ ਨੂੰ ਖੁਦ ਵੀ ਸਮਝ ਆ ਜਾਏ, ਲੋਕੀ ਸਿੱਖਣ, ਗੱਲਾਂ ਸਮਝਣ ਕਿ ਕੀ ਦੁਨੀਆ 'ਚ ਹੋ ਰਿਹਾ ਨਾ। ਸਰ ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਔਰ ਮੈਂ ਬੜਾ ਗ੍ਰੇਟਫੁਲ ਹਾਂ ਕਿ ਤੁਸੀਂ ਸਾਨੂੰ ਮਸ਼ਵਰਾ ਵੀ ਸਹੀ ਦੇ ਰਹੇ ਹੋ, ਸਾਨੂੰ ਅਵੇਅਰਨੈਸ ਵੀ ਦੇ ਰਹੇ ਹੋ। ਕਈ ਲੋਕ ਮਸ਼ਵਰਾ ਵੀ ਦੇ ਸਕਦੇ ਨੇ, ਅਵੇਅਰਨੈਸ ਨਹੀਂ ਦਿੰਦੇ, ਅੱਗੇ ਫੁੱਲ ਸਟਾਪ ਹੋ ਜਾਂਦਾ। ਬਿਲਕੁਲ ਇਸ ਤਰ੍ਹਾਂ ਹੀ। ਤੇ ਤੁਹਾਡੀ ਇਹ ਅਵੇਅਰਨੈਸ ਦੇਣੀ ਉਸ ਮਸ਼ਵਰੇ ਦਾ ਡਜ਼ਨਟ ਮੈਟਰ, ਮੈਂ ਤੁਹਾਡਾ ਮਸ਼ਵਰਾ ਪਸੰਦ ਕਰਾਂ ਜਾਂ ਨਾ ਕਰਾਂ, ਲੇਕਿਨ ਤੁਸੀਂ ਮੈਨੂੰ ਇੱਕ ਜੈਨੂਇਨ ਮਸ਼ਵਰਾ ਦੇ ਰਹੇ ਹੋ ਹਾਲਾਤ ਦੇ ਮੁਤਾਬਕ ਔਰ ਕਰੰਟ ਸਿਚੁਏਸ਼ਨ ਦੇ ਮੁਤਾਬਕ। ਬਿਲਕੁਲ। ਤੇ ਅਸੀਂ ਖਿਦਮਤ ਹੀ ਕਹਾਂਗੇ, ਫੀਸ ਵੀ ਲਾ ਲਿਆ ਔਰ ਇੱਕ ਅੱਛਾ, ਇੱਕ ਸਾਡਾ ਇੱਕ ਪਾਕਿਸਤਾਨੀ ਭਰਾ ਸਾਡੇ ਵਾਸਤੇ ਬੈਠਾ ਹੈ, ਤੇ ਪ੍ਰਦੇਸ਼ ਦੇ ਵਿੱਚ ਚੀਜ਼ਾਂ ਕਿ ਨਿਹਮਤ ਹੁੰਦੀਆਂ ਨੇ, ਇਹ ਬਲੈਸਿੰਗਸ ਹੁੰਦੀਆਂ ਨੇ, ਅਗਰ ਤੁਹਾਨੂੰ ਕੋਈ ਅੱਛਾ ਗਾਈਡ ਕਰ ਰਹੇ ਹੋ। ਹਾਂਜੀ, ਤੁਸੀਂ ਫੈਸਲਾਬਾਦ ਤੋਂ ਵੀ ਮੈਨੂੰ ਫੋਨ ਕੀਤਾ ਤੇ ਮੁਲਾਕਾਤ ਵੀ ਨਹੀਂ, ਮਗਰ ਫਿਰ ਵੀ ਅਸੀਂ ਅੱਲਾ ਦੇ ਫਜ਼ਲ ਨਾਲ ਜੋ ਵੀ ਇਨਸ਼ਾਅੱਲਾ ਵਿਲ ਸੀ ਯੂ ਵੈਰੀ ਸੂਨ ਮਿਲਾਂਗੇ ਵੀ। ਤੇ ਅੱਜ ਤੁਸੀਂ ਖੈਰਫੀਅਤ ਨਾਲ ਇੰਗਲੈਂਡ ਪਹੁੰਚੋ, ਫਿਰ ਆਪਣਾ ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੁਹਾਡਾ ਬਹੁਤ ਸ਼ੁਕਰੀਆ, ਫਿਰ ਤੁਹਾਡਾ ਨਾਲ ਰਾਬਤਾ ਹੋਏਗਾ। ਤੁਹਾਡਾ ਵੀ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਥੈਂਕ ਯੂ। नाज़रीन, एक बहुत ही प्यारे दोस्त, मुलाकात भी नहीं।